सतनाम करता पुरख निरभउ निर्वैर अकाल मूरत अजूनी सैभं गुरु प्रसाद। तेरे कवन कवन गुण कह कहे गावा, तू साहिब गुणी निधाना। तुमरी महिमा वर्णना साकूं, तू ठाकुर ऊच भगवाना। तुमरी महिमा वर्णना साकूं, तू ठाकुर ऊच भगवाना। सतनाम वाहिगुरु साहिब जियो। राग सूही छंत महला पंजवा, कर दूजा एक ओंकार सतगुर प्रसाद। गोबिंद गुण गावण लागे, हर रंग अन दिन जागे। गोबिंद गुण गावण लागे, हर रंग अन दिन जागे। हर रंग जागे पाप भागे, मिले संत प्यारिया। गुरु चरण लागे परम भागे, काज सगल सवारिया। सुन सरवण बाणी सहज जानी, हर नाम जप वड भागै। बिनवंत नानक शरण स्वामी, जियो पिंड प्रभ आगै। अनहत शब्द सुहावा, सच मंगल हर जस गावा। गुण गाए हर हर दुख नासे, रहस उपजै मन कणा। मन तन निर्मल देख दर्शन, नाम प्रभ का मुख पहना। होए रेण साधु प्रभ आराधू, आपने प्रभ भावा। बिनवंत नानक दया तहारो, सदा हर गुण गावा। होए रेण साधु प्रभ आराधू, आपने प्रभ भावा। बिनवंत नानक दया तहारो, सदा हर गुण गावा। वाहिगुरु जी का खालसा, वाहिगुरु जी की फतेह। जुगो जुग अटल तन तन गुरु ग्रंथ साहिब जी। गुरु पातशाह जी दी अपार नवाजिश बख्शिश। शाम समय असी सत्संगत के समय ਨੂੰ ਮਾਣ ਰਹੇ ਹਾਂ। ਆਪ ਵਰਚੁਅਲ ਦੀਵਾਨ ਵਿੱਚ ਹਿੱਸੇਦਾਰੀ ਪਾਉਂਦੇ ਹੋ ਘਰਾਂ ਥਾਵਾਂ ਤੋਂ, ਦੂਰ ਦਰਾਜ਼ ਤੋਂ। ਆਓ ਭਗਤਾ ਹੈ, ਦਾਤੇ ਨੇ ਆਪ ਨੂੰ ਉਦਮ ਦਿੱਤਾ ਹੈ, ਇਹ ਇੰਨੀ એનર્ਜੀ ਤੇ ਐਫਰਟ ਦਿੱਤੀ ਹੈਗੀ। ਅਜੇ ਹੁਣੇ ਗੁਰਬਾਣੀ ਕੀਰਤਨ ਆਪ ਸਰਵਨ ਕਰ ਰਹੇ ਸੀ। ਹੁਣ ਸਮਾਂ ਬਣਿਆ ਗੁਰੂ ਸ਼ਬਦ ਵਿਆਖਿਆ ਦਾ। ਇਸ ਵਿੱਚ ਸੂਹੀ ਰਾਗ ਦੇ ਛੰਤ ਵਿਚਾਰ ਗੋਚਰੇ ਨੇ। ਗੁਰੂ ਅਰਜਨ ਸਾਹਿਬ ਜੀ ਦਾ ਪਾਵਨ ਸੰਦੇਸ਼ ਬੀਤੇ ਕੱਲ ਇਸ ਸ਼ਬਦ ਨੂੰ ਪ੍ਰਾਰੰਭ ਕੀਤਾ ਸੀ। ਇੱਕ ਪਦਾ ਅਸੀਂ ਵਿਚਾਰਿਆ, ਅੱਜ 2 ਨੰਬਰ ਬੰਦ ਤੋਂ ਵਿਚਾਰ ਅੱਗੇ ਤੋਰਾਂਗੇ। ਸਾਹਿਬ ਜੋ ਜ਼ਿਕਰ ਕਰ ਰਹੇ ਨੇ, ਅਨਹਤ ਸ਼ਬਦ ਸੁਹਾਵਾ, ਸਚ ਮੰਗਲ ਹਰ ਜਸ ਗਾਵਾ। ਗੁਣ ਗਾਏ ਹਰ ਹਰ ਦੁਖ ਨਾਸੇ, ਰਹਸ ਉਪਜੈ ਮਨ ਕਾਣਾ।
ਅਨਹਦ ਸ਼ਬਦ ਸੁਹਾਵਾ। ਅਨਹਦ ਇੱਕ ਐਸੀ ਸੰਗੀਤਕ ਧੁਨ ਜਿਸ ਨੂੰ ਵਜਾਉਣ ਦੀ ਲੋੜ ਨਹੀਂ ਪੈਂਦੀ। ਅਨਾਹਦ ਵੀ ਕਹਿੰਦੇ ਹਾਂ ਅਸੀਂ, ਅਨਹਦ ਵੀ ਕਹਿੰਦੇ ਹਾਂ, ਆਪਣੇ ਆਪ ਵੱਜਣ ਵਾਲੀ, ਸੈਲਫ ਕ੍ਰੀਏਟਿਡ ਮਿਊਜ਼ਿਕ, ਮੈਲੋਡੀ, ਯੂ ਕੈਨ ਸੇ ਇਨ ਦੈਟ ਵੇ। ਇੱਕ ਮੈਟਾਫੋਰ ਹੈ ਅਨਹਦ ਸ਼ਬਦ ਸੁਹਾਵਾ, ਤੇ ਇਹ ਮੈਟਾਫੋਰ ਯੂਜ਼ ਕੀਤਾ ਗਿਆ ਹੈ ਸ਼ਬਦ ਸੁਹਾਵਾ, ਸ਼ਬਦ ਨਾਲ ਰਿਲੇਟ ਕਰਕੇ। ਦੂਸਰੀ ਲਾਈਨ ਜਿਹੜੀ ਹੈ ਉਹ ਹੈ ਸਚ ਮੰਗਲ ਹਰ ਜਸ ਗਾਵਾ। ਸਚ ਮੰਗਲ ਹਰ ਜਸ ਗਾਵਾ। ਮੰਗਲ ਖੁਸ਼ੀ ਨੂੰ ਕਿਹਾ ਜਾਂਦਾ ਹੈ, ਆਨੰਦਮਈ ਅਵਸਥਾ ਨੂੰ ਮੰਗਲ ਗੀਤ ਗਾਏ ਜਾਂਦੇ ਨੇ, ਖੁਸ਼ੀ ਦੇ ਗੀਤ। ਸੱਚ ਮੰਗਲ ਹਰ ਜਸ ਗਾਵਾ। ਹਰੀ ਦਾ ਜਸ ਗਾਉਣ ਦੇ ਨਾਲ ਸੱਚਾ ਮੰਗਲ ਪ੍ਰਾਪਤ ਹੋ ਸਕਦਾ ਆ। ਹੁਣ ਇਸ ਨੂੰ ਥੋੜ੍ਹਾ ਜਿਹਾ ਐਕਸਪਲੇਨੇਸ਼ਨ ਦੇ ਵਿੱਚ, ਇੱਕ ਅੰਡਰਸਟੈਂਡਿੰਗ ਦੇ ਰੂਪ ਦੇ ਵਿੱਚ ਦੇਖੀਏ। ਗੁਰੂ ਬਾਬਾ ਜੀ ਕਹਿ ਰਹੇ ਨੇ ਹਰ ਜਸ ਗਾਵਾ। ਆਪ ਅਹਿਸਾਸ ਕਰੋ, ਬੰਦਾ ਜੋ ਕੁਝ ਦੇ ਮੂੰਹ ਵਿੱਚੋਂ ਨਿਕਲਦਾ ਆ, ਜੋ ਕੁਝ ਲਫ਼ਜ਼ਾਂ, ਅਲਫਾਜ਼ਾਂ, ਹਰਫਾਂ, ਅੱਖਰਾਂ, ਮਤਲਬ ਆਪਣੇ ਵਾਕਾਂ ਵਿੱਚ ਪਾਉਂਦਾ ਆ, ਉਹ ਸਾਰੀ ਇਹਦੀ ਮਨੋਬਿਰਤੀ ਜੋ ਹੈ ਉਸ ਨੂੰ ਐਕਸਪਲੇਨ ਕਰਦਾ ਹੈ। ਨੋਟ ਓਨਲੀ ਦੈਟ, ਉਹਦੇ ਜ਼ਰੀਏ ਇਹ ਆਪਣੀ ਮਨੋਬਿਰਤੀ ਨੂੰ ਸ਼ੇਪ ਵੀ ਦਿੰਦਾ ਹੈ। ਇਹ ਦੋਨੋਂ ਚੀਜ਼ਾਂ ਇਕੱਠੀਆਂ ਚੱਲਦੀਆਂ ਨੇ। ਇਹ ਡੂਅਲ ਇੱਕ ਤਰ੍ਹਾਂ ਦਾ ਐਕਟ ਆ। ਇਹਦੇ ਵਿੱਚ ਅਕਸਰ ਅਸੀਂ ਬਾਤ ਕਰਦੇ ਹਾਂ, ਰੈਪੀਟੀਸ਼ਨ ਹੈ ਇਹਨਾਂ ਚੀਜ਼ਾਂ ਦੀ, ਪਰ ਇਹ ਜ਼ਰੂਰੀ ਹੈ। ਜਿਵੇਂ ਸਮਾਜ ਸੰਸਾਰ ਵਿੱਚ ਵਿਚਰੀਏ ਤੇ ਜਿਹੜੀਆਂ ਸਾਡੀਆਂ ਗੱਲਾਂ ਨੇ, ਇਹਨਾਂ ਦੇ ਜਿਹੜੇ ਮਜ਼ਮੂਨ ਨੇ, ਮੇਨ ਸਬਜੈਕਟਸ, ਜੋ ਉਹਨਾਂ ਦਾ ਸਾਰ ਤੱਤ ਆ, ਜਿਹਦੇ ਆਲੇ ਦੁਆਲੇ ਸਾਰੀ ਗੱਲਾਂ ਦੀ ਬਣਤਰ ਬੁਣੀ ਜਾਂਦੀ ਹੈ, ਉਹਦੇ ਵਿੱਚੋਂ ਹੀ ਸਾਨੂੰ ਖੁਸ਼ੀ, ਰਸ, ਖੇੜਾ, ਚਾਅ, ਇਹ ਸਭ ਪ੍ਰਾਪਤ ਹੁੰਦਾ ਆ। ਜਿਵੇਂ ਇਸ ਨੂੰ ਇਸ ਤਰੀਕੇ ਨਾਲ ਕਿਹਾ ਜਾਏ ਕਿ ਕੋਈ ਫੂਡ ਬਣਾਇਆ ਆ, ਗੁਰੂ ਗ੍ਰੰਥ ਸਾਹਿਬ ਸਾਰਾ, ਗੁਰੂ ਸਾਹਿਬ ਇਸ ਨੂੰ ਅਧਿਆਤਮੀ ਤੌਰ 'ਤੇ, ਅਧਿਆਤਮੀ ਭੋਜਨ, ਮੇਨ ਜਿਹਨੂੰ ਅਸੀਂ ਸਪਿਰਿਚੁਅਲ ਫੂਡ ਕਹਿੰਦੇ ਹਾਂ, ਉਸ ਤਰੀਕੇ ਨਾਲ ਪ੍ਰੈਜ਼ੈਂਟ ਕਰਦੇ ਨੇ। ਮੁੰਦਾਵਣੀ ਦੇ ਸ਼ਬਦਾਂ ਨੂੰ ਅਸੀਂ ਪੜ੍ਹਦੇ ਹਾਂ ਨਾ ਅਕਸਰ, ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਗੁਰੂ ਬਾਬਾ ਜੀ ਥਾਲੀ ਦੀ ਗੱਲ ਕਰਦੇ, ਵਿੱਚ ਪਏ ਭੋਜਨ ਦੀ ਵੀ ਗੱਲ ਕਰਦੇ। ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਜ਼ ਆਧਾਰੋ। ਫਿਰ ਖਾਣ ਦੀ ਵੀ ਗੱਲ ਕਰਦੇ, ਜੇ ਕੋ ਖਾਵੈ। ਫਿਰ ਉਸਨੂੰ ਡਾਈਜੈਸਟ ਕਰਨ ਦੀ ਵੀ ਗੱਲ ਕਰਦੇ, ਜੇ ਕੋ ਪੁੰਚੈ। ਫਿਰ ਉਹਦੇ ਨਾਲ ਜਿਹੜਾ ਸੈਲਵੇਸ਼ਨ ਆ, ਮੋਕਸ਼ਾ, ਤਿਸ ਕਾ ਹੋਏ ਉਧਾਰੋ। ਮਤਲਬ ਫਿਰ ਇਹ ਵੀ ਕਿਹਾ, ਵਿਦਾਊਟ ਇਟ ਵੀ ਕੈਨ ਨਾਟ ਐਕਚੁਅਲੀ ਇੰਜੋਏ ਦ ਹਾਇਰ ਲੈਵਲ ਆਫ ਹਿਊਮੈਨਿਟੀ। ਇਸ ਨੂੰ ਕਿਹਾ ਕਿ ਜੇ ਕੋ ਖਾਵੈ, ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਾ ਜਾਈ, ਇਹਨੂੰ ਤਿਆਗਿਆ ਨਹੀਂ ਜਾ ਸਕਦਾ। ਨਿਤ ਨਿਤ ਰੱਖੋ ਰਿਤਾਰੋ। ਇਸ ਚੀਜ਼ ਨੂੰ, ਇਸ ਸਾਰੇ ਗੱਲ ਨੂੰ, ਇਸ ਸਾਰੀ ਸਿੱਖਿਆ ਨੂੰ, ਟੀਚਿੰਗ ਨੂੰ ਪਲੀਜ਼ always have in the pocket of your mind। ਇਹਨੂੰ ਇੱਕ ਤਰ੍ਹਾਂ ਦੇ ਨਾਲ, ਇੰਨੀ ਇਹ ਕੰਮ ਦੀ ਚੀਜ਼ ਹੈ, ਇਹਨੂੰ ਹਰ ਵਕਤ ਆਪਣੇ ਜ਼ਹਿਨ ਵਿੱਚ ਟਿਕਾ ਕੇ ਰੱਖਣਾ ਆ। ਕੀਪ ਇਟ ਇਨ ਯੂਰ ਮੈਮਰੀ, ਕੀਪ ਇਟ ਇਨ ਯੂਰ ਆਲ ਦ ਟਾਈਮ ਇਨ ਯੂਰ ਮਾਈਂਡ। ਇਸ ਕਿਸਮ ਦੀ ਬਾਤ ਕੀਤੀ ਗਈ। ਸੋ ਹੁਣ ਜਿਹੜੀ ਬਾਤ ਆ ਰਹੀ ਭੋਜਨ ਦੀ, ਜਿਹੜੀ ਮੈਂ ਉਹ ਐਗਜ਼ਾਮਪਲ ਦੇ ਰਿਹਾ ਉਸ ਤਰੀਕੇ ਨਾਲ, ਆਪੇ ਦੇਖੋ, ਬਿਲਕੁਲ ਇਸ ਤੋਂ ਐਗਜ਼ਾਮਪਲ ਨੂੰ ਇਸ ਤਰੀਕੇ ਨਾਲ ਇਹਨੂੰ ਅਸੀਂ ਅੰਡਰਸਟੈਂਡ ਕਰਦੇ ਹਾਂ। ਬੱਚੇ ਖੇਡਦੇ, ਪ੍ਰਟੈਂਡ ਭੋਜਨ ਬਣਾਉਂਦੇ, ਮਤਲਬ they have just, they some actually play with some toys and they start playing, this is our kitchen, this is our oven, this is our fridge, and they pick some special toys or some pieces of their toys and they pretending this is my tea, this is my actually cake, this is my food, that way। ਹੁਣ ਪ੍ਰਟੈਂਡ ਤੇ ਹੋ ਰਿਹਾ, ਪਰ ਰਿਐਲਿਟੀ ਦੇ ਵਿੱਚ ਉਹ ਫੂਡ ਹੈ ਨਹੀਂ ਹੈ।
ਪ੍ਰਟੈਂਡ ਫੂਡ ਹੈ। ਸਪਿਰਿਚੁਅਲਿਟੀ ਦਾ ਇੱਕ ਵੱਡਾ ਇਸ਼ੂ ਇਹ ਹੈ ਕਿ ਜਦੋਂ ਸਿਰਫ ਜਸਟ ਓਨਲੀ we have fake talks, if we have some sort of rituals, some sort of hypocrisy, that person is pretending to like he or she is doing something, but indeed there is no any involvement from mind side, there is no any honest approach to do that act. Just that person is doing to sake of to show someone, to actually cheat someone, or in a some sort of very superficial kind of understanding. ਸੋ ਇਹ ਸਾਰੇ ਦੇ ਵਿੱਚ ਫਿਰ ਪ੍ਰਟੈਂਡ ਹੋ ਰਿਹਾ, ਇਹਦੇ ਵਿੱਚ ਕੋਈ ਭੋਜਨ ਨਹੀਂ ਬਣ ਰਿਹਾ, ਕੋਈ ਰਿਐਲਿਟੀ ਦੇ ਵਿੱਚ ਕੋਈ ਚੀਜ਼ ਕੁੱਕ ਨਹੀਂ ਹੋ ਰਹੀ, ਕੋਈ ਉਹਦੇ 'ਚ ਅਰੋਮਾ ਨਹੀਂ ਹੈ, ਕੋਈ ਉਹਦੇ ਵਿੱਚੋਂ ਕਿਸੇ ਨੂੰ ਐਨਰਜੀ ਨਹੀਂ ਮਿਲੇਗੀ, ਕਿਸੇ ਦਾ ਪੇਟ ਨਹੀਂ ਭਰੇਗਾ, ਕਿਸੇ ਨੂੰ ਪੁੰਚਣ ਜੋਗਾ ਕੁਛ ਨਹੀਂ ਪ੍ਰਾਪਤ ਹੋਏਗਾ। ਸੋ ਇੱਕ ਤਾਂ ਇਹ ਹੈਗਾ। ਸੋ ਜਿਹੜੀ ਜਿਵੇਂ ਅਸੀਂ ਸੌਰੀ ਟੂ ਸੇ ਇਹਨਾਂ ਸਮਾਜਾਂ 'ਚ ਕਈ ਵਾਰੀ ਦੇਖਦੇ ਹਾਂ ਕਿ ਲੋਕ ਹੈਗੇ ਨੇ, this person is very spiritual, I am very spiritual, my cat is spiritual, my dog is spiritual। ਪਤਾ ਲੱਗਦਾ ਹੈ ਸਪਿਰਿਚੁਅਲਿਟੀ ਦਾ ਕੋਈ ਅਹਿਸਾਸ ਨਹੀਂ ਹੈਗਾ। ਵੈਸੇ ਬੰਦਾ ਕਹਿੰਦਾ I am very spiritual, I do meditation every day, but when actually sun is setting down, that time I cannot live without alcohol, I need it, because without it I cannot sleep। What is this? That individual doesn't have any kind of control, any kind of self-control. So what he or she is pretending, trying to pretend. I'm just giving one example. There are so many others actually areas of life where we can easily see कि केड़ी lacking हो रही है इत्थे। एक चीज आ गई, ਇਹਦੇ ਲਈ ਹੈ ਕਿ ਜਸਟ ਲਿਪ ਸਰਵਿਸ ਹੋ ਰਹੀ ਹੈ, ਇੱਧਰ ਉੱਧਰ ਕਿਹਾ ਜਾ ਰਿਹਾ ਹੈ, ਸਭ ਪ੍ਰਟੈਂਡ ਹੋ ਰਿਹਾ। ਇਹ ਸਾਰਾ ਗੱਲਾਂ ਵਿੱਚ ਆ, ਗੱਲਾਂ ਹੋ ਰਹੀਆਂ ਨੇ, ਇਹਦੇ 'ਚ ਇਹ ਵੀ ਕਿਹਾ ਜਾਏ, ਸਪੋਜ਼ ਕਰੋ ਹੁਣ ਇਬਾਦਤ ਹੈ, ਮੈਂ ਅੱਜ ਹੀ ਕੋਈ ਬਾਈ ਚਾਂਸ ਕੋਈ ਪ੍ਰੈਜੈਂਟੇਸ਼ਨ ਰੈਡੀ ਕਰ ਰਿਹਾ ਸੀਗਾ ਅਤੇ ਉਹਦੇ ਲਈ ਸ਼ਬਦ ਪੜ੍ਹ ਰਿਹਾ ਸੀਗਾ, ਪਾਤੀ ਤੋਰੈ ਮਾਲਣੀ ਪਾਤੀ ਪਾਤੀ ਜੀਓ, ਜਿਸ ਪਾਹਨ ਸੋ ਪਾਤੀ ਤੋਰੈ ਸੋ ਪਾਹਨ ਨਿਰਜੀਓ, ਭੂਲੀ ਮਾਲਣੀ ਹੈ ਇਹੋ ਸਤਿਗੁਰ ਜਾਗਤਾ ਹੈ ਦਿਓ। And I was getting idea what a clear picture Baba Kabir ji is giving over here. What a direct message he's putting. Oh individual, don't go toward just fake worship kind of acts. No, they cannot provide you any sort of peace of mind, any sort of spiritual benefits. If you really want to enjoy something, Satgur Jagata hai Deo, ਉਸ ਜਾਗਤ ਦਿਓ ਵਾਲੇ ਪਾਸੇ ਆ। ਮਤਲਬ ਜਿੱਥੇ ਇਹੋ ਜਿਹੇ ਮੈਸੇਜ ਪਏ ਨੇ। ਫਿਰ ਇੱਕ ਹੋਰ ਚੀਜ਼ ਵੀ ਹੈ, ਜਿਵੇਂ ਸਪੋਜ਼ ਛੋਟਾ ਬੱਚਾ ਆ, ਕਈ ਵਾਰੀ ਅਤੇ ਘਰ ਦੇ 'ਚ ਕੋਈ ਬੜਾ ਕੋਈ ਕੇਓਸ ਹੋਇਆ ਆ, ਬੜਾ ਕੰਮ ਹੋ ਰਿਹਾ, ਕੁਛ ਕੋਈ ਈਵੈਂਟ ਪਲਾਨ ਕੀਤਾ ਜਾ ਰਿਹਾ ਸਾਰਾ ਕੁਝ, ਐਂਡ ਦੈਟ ਕਿਡ ਇਜ਼ ਅਗੇਨ ਐਂਡ ਅਗੇਨ ਐਕਚੁਅਲੀ ਆਸਕਿੰਗ ਹਿਜ਼ ਔਰ mom or her mom that please tell me how can I help you, I want to do something. And sometimes people who are totally engaged, who are totally involved in that chaotic environment, that chaos, that actually trying to finish each and every work which is necessary to organize that event, and they just try to request that kid, yes, you can actually help me, you can support me, you can I can count you in some kind of help if you just sit down calmly, if you can actually sit peacefully over here, if you can actually just cooperate by watching some your show or just sitting here to eat your own food, that is big help for me. What is this? ਯੈਸ, ਐਕਚੁਅਲ ਲੈਵਲ 'ਤੇ ਕਈ ਵਾਰ ਕੋਈ ਬਹੁਤ ਜ਼ਿਆਦਾ ਕੰਮ ਕਰਨ ਦੀ ਲੋੜ ਨਹੀਂ, ਕਿਸੇ ਇੱਕ ਚੀਜ਼ ਨੂੰ ਉਸੇ ਨੂੰ ਹੀ ਫੋਕਸ ਕਰ ਲਿਆ ਜਾਏ।
ਉਹਦੇ ਵਿੱਚ ਹੀ ਬਹੁਤ ਸਾਰਾ ਕੰਮ ਹੋ ਜਾਂਦਾ ਆ। ਹੁਣ ਹੋਰ ਸਰਲ ਕਰ ਲਈਏ, ਤੁਸੀਂ ਕੰਮ ਕਰਦੇ ਹੋ, ਬੜੀ ਹਾਰਡ ਅਰਨਿੰਗ ਹੁੰਦੀ ਹੈ, ਬੜੀ ਮਿਹਨਤ ਕਰਦੇ ਹੋ 12 ਘੰਟੇ 14 ਘੰਟੇ, ਤੇ ਉਸ ਤੋਂ ਬਾਅਦ ਘਰ ਆਉਂਦੇ ਹੋ ਜਾਂ ਮਹੀਨੇ ਬਾਅਦ ਹਿਸਾਬ ਕਰਦੇ ਹੋ, that much is going in property tax, that much is going in mortgage, that actually much is going in utility bills, and this much we need for grocery and other stuffs, and end of the day we don't have any kind of savings which we can actually we can say spend in our vocation or to have some extra kind of activity or fun in our life. So a kid is listening all that, and after listening it, that kid is offering his or her help toward his parents, saying, why don't you allow me to do some work? Then some very wise parents, they say, yes beta, we can count you, we are already counting you, you are helping us, even you can provide us more help. How? Just focus on your studies, just focus on your career, because if you are focused toward your career, toward your goals, then definitely one day whole this effort will be paid off. So just keep on doing your studies properly, your hard work, your academic work, your educational work. ਇਹ ਜਿਹੜੀ ਚੀਜ਼ ਹੈਗੀ ਏ, ਇਸ ਰੂਪ ਦੇ ਵਿੱਚ ਲੈ ਲਓ ਕਿ ਜੇ ਆਪਾਂ ਇਸ ਨੂੰ ਹੁਣ ਆਪਣੀ ਲਾਈਫ ਦੇ ਇਸ ਐਗਜ਼ਾਮਪਲ ਨੂੰ ਲੈ ਆਈਏ, ਸਾਡੇ ਲਈ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ, ਰਾਗੀ ਸਾਹਿਬਾਨ were reciting this ਸ਼ਬਦ when I came in this hall today. ਇੱਕ ਹੀ ਹੈ, ਬਾਕੀ ਹੋਰ ਸਭ ਛੱਡ ਦੇ, ਪੂਜਾ ਅਰਚਨਾ ਕਰਨੀ, ਸਭ ਚੀਜ਼ਾਂ ਕਰਨੀਆਂ, why don't you do it? ਆ ਕਰ ਤੂੰ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਤੁਝੇ ਕੋਈ ਰਿਲੀਜੀਅਸ ਐਫਰਟ ਪਾਉਣੀ ਹੈ, ਕਰਨੀ ਹੈ, ਆ ਕਰ। ਇਸ ਨੂੰ ਹੋਰ ਸਰਲ ਕਰ ਦਿੰਦੇ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚੋਂ ਸਭ ਜ਼ਿਕਰ ਕਰਦੇ, even though people can do so many different activities under the impression of or under the name of spirituality. They can do bathing, they can do fasting, they can do some kind of worship and some other acts too. But Baba is saying, I will tell you the highest activity to attain your spirituality. What is that highest level of activity? Baba is saying, har kirat sad sangat hai. If you do sat sangat, not only sat sangat, har kirat, ਜਿਹੜੀ ਹਰੀ ਦੀ ਕੀਰਤੀ ਹੈ, the praise of Almighty, the higher level of actually you can say ਜਿਹੜੇ praising ਰੂਪ ਨੇ, ਜਿਹੜੇ ਉਸ ਤਰੀਕੇ ਦੇ ਅਲਫਾਜ਼ ਨੇ, ਹਰਫ ਨੇ, ਅੱਖਰ ਨੇ, ਟਰਮੀਨੋਲੋਜੀਜ਼ ਨੇ, ਉਹਨਾਂ ਨੂੰ ਯੂਜ਼ ਕਰੇ ਤੂੰ ਰੱਬੀ ਸਤੁਤੀ ਦੇ ਵਿੱਚ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮਾ, ਇਹ ਸ਼੍ਰੋਮਣੀ ਕਰਮ। ਸੋ ਇਹ ਹੈ ਹਰ ਜਸ। ਹੁਣ ਇਹ ਹੈ, ਜੇ ਆਪਾਂ ਦੇਖੀਏ ਤੇ ਬੰਦਾ ਗਲਤ ਬੋਲ ਰਿਹਾ ਹੈ, ਗਲਤ ਕਹਿ ਰਿਹਾ ਹੈ, ਗਲਤ ਹੀ ਲਫ਼ਜ਼ਾਂ ਨੂੰ ਵਾਰ-ਵਾਰ ਉਸ ਰੂਪ ਵਿੱਚ ਰਿਪੀਟ ਕਰ ਰਿਹਾ ਹੈ, ਤੇ ਜਿਹੜੀ ਮੋਸਟਲੀ ਦੁਨਿਆਵੀ ਟਾਕ ਹੁੰਦੀ ਹੈ, ਮਾਫੀ ਮੰਗਾਂਗਾ, ਅੱਜ ਕੱਲ੍ਹ ਤੁਸੀਂ ਸੋਸ਼ਲ ਮੀਡੀਆ 'ਤੇ ਇਨਵੋਲਵ ਹੈਗੇ ਹੋ ਸਾਰੇ, ਮੈਂ ਤਾਂ ਬਹੁਤਾ ਨਹੀਂ ਹੈ ਕਰਨ, ਪਰ ਆਪ ਦੇਖਦੇ ਹੋ ਮੇਰੇ ਤੱਕ ਮੈਸੇਜ ਇਸ ਤਰੀਕੇ ਨਾਲ ਪਹੁੰਚਦੇ ਆਲੇ ਦੁਆਲਿਓਂ ਕਿ ਕਿਸ ਕਿਸਮ ਦੀ ਮਿੱਟੀ ਉਡਾਈ ਜਾ ਰਹੀ ਹੈ ਸਭ ਇਸਤਰੀ ਸਮਾਜਾਂ ਦੇ ਵਿੱਚ, ਡਾਇਸਪੋਰਾ 'ਚ, ਹੋਰ ਜਗ੍ਹਾ ਦੇ ਉੱਤੇ। ਇਸ ਸਾਰੇ ਦੇ ਵਿੱਚ ਨੋ ਡਾਊਟ ਜੋ ਇਹ ਇੱਕ ਆਲਮ ਦਾ ਉਹ ਵਾਕ ਹੈ ਨਾ, ਜੋ ਨਿਕਲੇ ਪ੍ਰਵਾਜ਼ ਪਰ ਤਿਨ ਪਰ ਤਨੀ ਗੁਲੇਲ, ਯਹੀ ਜਗਤ ਕੀ ਰੀਤ ਹੈ, ਯਹੀ ਜਗਤ ਕਾ ਖੇਲ। ਜਿਹੜਾ ਪੰਛੀ, ਜਿਹੜਾ ਪਰਿੰਦਾ ਆਪਣੇ ਘਰੋਂਦੇ 'ਚ ਬੈਠਾ ਦਬਕ ਕੇ, ਖੰਭ ਦੱਬ ਕੇ ਤੇ ਡਰਿਆ ਬੈਠਾ ਹੈ, ਉਦੋਂ ਤਾਂ ਡਰ ਹੀ ਨਹੀਂ ਕਿਸੇ ਨੂੰ, ਉਹਨੂੰ ਤਾਂ ਕੋਈ, ਨਾਲੇ ਉਹਨੂੰ ਖਤਰਾ ਵੀ ਕੋਈ ਨਹੀਂ ਹੈਗਾ।
ਜਿਹੜਾ ਘਰੋਂਦੇ ਨੂੰ ਛੱਡ ਕੇ ਖੁੱਲੇ ਅਸਮਾਨ ਵਿੱਚ ਪ੍ਰਵਾਜ਼ ਭਰੇਗਾ, ਉਡਾਰੀ ਭਰੇਗਾ, ਫਲਾਈਟ ਫੜੇਗਾ ਇਸ ਤਰੀਕੇ ਦੇ ਨਾਲ। ਵਨ ਹੂ ਇਜ਼ ਫਲਾਈਂਗ ਇਨ ਓਪਨ ਐਕਚੁਅਲੀ ਸਕਾਈਜ਼, ਤਿੰਨ ਪਰ ਤਨੀ ਗੁਲੇਲ, ਉਹਨੂੰ ਗੁਲੇਲੇ ਵੱਜਣਗੇ, ਉਹਨੂੰ ਲੋਕੀ ਹੰਟ ਕਰਨਗੇ, ਉਹਨੂੰ ਡੈਮੇਜ ਕਰਨ ਦੀ ਟਰਾਈ ਕੀਤੀ ਜਾਏਗੀ, ਉਹਨੂੰ ਕੋਈ ਨਾ ਕੋਈ ਵੂੰਡ ਦੇਣ ਦੀ ਟਰਾਈ ਕੀਤੀ ਜਾਏਗੀ। ਜੋ ਡਾਇਸਪੋਰਾ ਦੇ ਤੁਸੀਂ ਬੈਠੇ ਹੋ ਸਾਰੇ ਇਸ ਰੂਪ ਦੇ ਵਿੱਚ, ਖਾਸ ਕਰਕੇ ਸਿੱਖੀ ਪਰਸਪੈਕਟਿਵ ਦੇ ਨਾਲ, ਸਭ ਭਾਈ ਤੁਹਾਨੂੰ ਨਿਸ਼ਾਨਾ ਬਣਾਇਆ ਜਾਏਗਾ, ਕਿਉਂ ਨਹੀਂ ਬਣਾਇਆ ਜਾਏਗਾ? ਇਹ ਪੱਕੀ ਗੱਲ ਹੈ। ਪਰ ਇਸ ਸਭ ਦੇ ਵਿੱਚ ਜਿਹੋ ਜਿਹਾ ਸਮਾਜ ਸੰਸਾਰ ਆ, ਇਹਦੇ ਅੰਦਰ ਤੁਸੀਂ ਜਿਹੜੇ ਉਹਨਾਂ ਦੇ ਕੋਲ ਟੂਲਸ ਨੇ, ਜੇ ਉਹ ਖੋਲ ਲਵੋ ਤੇ ਟੂਲ ਕੀ ਹੈਗਾ? ਇੱਕ ਤਰ੍ਹਾਂ ਦੇ ਨਾਲ ਜੋ ਹੈ ਗਲਤ ਲਫ਼ਜ਼ ਯੂਜ਼ ਕਰਨੇ, ਇੱਕ ਤਰ੍ਹਾਂ ਦੇ ਨਾਲ ਪ੍ਰੋਵੋਕਿੰਗ ਕਰਨੀ, ਆਪਣੇ ਲੈਵਲ ਤੇ ਲਿਆ ਕੇ ਉਸ ਕਿਸਮ ਦੇ ਗਾਲੀ ਗਲੋਚ, ਉਹ ਸਭ ਚੀਜ਼ਾਂ ਤੇ ਲੈ ਆਉਣਾ। ਜੋ ਸ਼ਖਸ ਬਾਣੀ ਪੜ੍ਹ ਰਿਹਾ, ਜੋ ਸ਼ਖਸ ਬਾਣੀ ਨਾਲ ਜੁੜਿਆ ਆ, ਕੁਝ ਚੀਜ਼ਾਂ ਕ੍ਰਿਸਟਲ ਕਲੀਅਰ ਨੇ ਮਾਈਂਡ ਦੇ ਵਿੱਚ। ਮਾੜਾ ਨਹੀਂ ਬੋਲਣਾ, ਮਾੜਾ ਨਹੀਂ ਕਹਿਣਾ। ਹਾਂ, ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ, ਜੋ ਗੁਰ ਦੱਸੈ ਵਾਟ ਮੁਰੀਦਾਂ ਲੋੜੀਏ। ਜਿਹੜੀ ਚੀਜ਼ ਮੇਰੇ ਗੁਰੂ ਨੇ ਦੱਸ ਦਿੱਤੀ ਨਾ, ਉਹਦਾ ਤੇ ਮੈਂ ਮੁਰੀਦ ਹੋ ਗਿਆ, ਤੇ ਉਹਦੇ ਪਿੱਛੇ ਮੈਂ ਮਰ ਵੀ ਜਾਵਾਂਗਾ। ਪਰ ਹਾਂ, ਝੂਠ ਨਹੀਂ ਬੋਲਣਾ, ਕੂੜ ਨਹੀਂ ਬੋਲਣਾ। ਤੇ ਇਕੱਲਾ ਇਹ ਹੀ ਨਹੀਂਗਾ, ਲੈਵਲ ਤੋਂ ਡਿੱਗ ਕੇ ਵੀ ਨਹੀਂ ਬੋਲਣਾ। ਇਹੋ ਜਿਹੀਆਂ ਚੀਜ਼ਾਂ ਫੜਨੀਆਂ। ਹਰ ਜਸ ਸਿਰਫ ਗੁਟਕਿਆਂ 'ਚ ਲਿਖੀ ਹੋਈ ਬਾਣੀ ਨਹੀਂ ਰਹਿ ਜਾਂਦੀ। ਪੋਥੀ ਸਾਹਿਬ, ਗ੍ਰੰਥ ਸਾਹਿਬ 'ਚ ਲਿਖੀਆਂ ਹੋਈਆਂ ਇਹ ਗੁਰਮੁਖੀ ਅੱਖਰਾਂ ਦੇ 'ਚ ਪੰਕਤੀਆਂ ਨਹੀਂ ਗਈਆਂ। ਇਹ ਸਾਰਾ ਮੈਸੇਜ ਜੇ ਟਰਾਂਸਫਰ ਨਹੀਂ ਹੋ ਰਿਹਾ ਸਾਡੀ ਰੋਜ਼ਮर्रा ਦੀ ਟਾਕ ਦੇ ਵਿੱਚ, ਸਾਡੇ ਚੀਜ਼ਾਂ ਨੂੰ ਕਹਿਣ, ਵਿਖਾਣ, ਸੁਣਨ, ਸੁਣਾਉਣ ਦੇ ਵਿੱਚ, if I'm speaking Punjabi, if I'm speaking actually, I'm claiming that I'm speaking Gurmukhi, even though Gurmukhi are the letters, people say that. But I'm choosing my word, or I'm actually using this language to spread some kind of, you can say, very wrong messages, very wrong kind of vocabulary, which is full with swearing, full with bad words, kind of dirty comments. ਕੀ ਹੋਏਗਾ ਇਹਦੇ ਨਾਲ? ਕੋਈ ਬੈਨੀਫਿਟ ਨਹੀਂ ਹੋਏਗਾ। ਉਲਟਾ ਮੇਰਾ ਆਪਣਾ ਲੈਵਲ ਤਵਾਜ਼ਨ ਉਹ ਥੱਲੇ ਆ ਜਾਏਗਾ। ਗੁਰੂ ਸਾਹਿਬ ਜੰਗਾਂ, ਜੁੱਧਾਂ, ਲੜਾਈਆਂ, ਹਰ ਚੀਜ਼ 'ਚ ਮੁਯੱਸਰ ਰਹੇ। ਸਾਡੇ ਕੋਲ ਤਾਂ ਲਿਟਰੇਚਰ ਪਿਆ ਇੰਨਾ ਜ਼ਿਆਦਾ ਲਿਖਿਆ ਹੋਇਆ, ਜਿਹਦੇ ਤੁਸੀਂ ਦੇਖਦੇ ਹੋ ਕਿ ਈਵਨ ਅਸੀਂ ਜੇ ਉਹੀ ਐਗਜ਼ਾਮਪਲ ਲੈ ਲਈਏ ਲਿਟਰੇਚਰ ਵਿੱਚੋਂ ਕਿ ਉਹ ਜਿਹੜਾ ਹੈਗਾ ਆ ਹਰੀਚੰਦ, ਉਹ ਤੀਰ ਚਲਾ ਰਿਹਾ ਇਸ ਤਰੀਕੇ ਦੇ ਨਾਲ, ਅਤੇ ਤੀਰ ਚਲਾਉਂਦਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦੇ, ਇੱਕ ਲੱਗਦਾ, ਇੱਕ ਜਾਂਦਾ, ਦੋ ਚਲਾਉਂਦਾ, ਨਿਸ਼ਾਨਾ ਚੁੱਕੇ, ਤੀਸਰਾ ਪੇਟੀ 'ਚ ਲੱਗਦਾ ਇਸ ਤਰੀਕੇ ਦੇ ਨਾਲ, ਜਿਹੜਾ ਗੁਰੂ ਸਾਹਿਬ ਨੇ ਲੱਕ ਦੇ ਨਾਲ ਕਮਰਬੰਦ ਪੇਟੀ ਬੰਨੀ ਸੀਗੀ, ਅਤੇ ਉਹਦੀ ਕਿੰਨੀ ਸਾਰੀ ਨੋਕ ਜਿਹੜੀ ਅੰਦਰ ਲੱਗ ਜਾਂਦੀ, ਗੁਰੂ ਸਾਹਿਬ ਪੱਟਦੇ ਨੇ, ਖੂਨ ਦੀ ਧਾਰ ਵਗਦੀ ਹੈ। ਅਤੇ ਇਹ ਹੋਣ ਦੇ ਬਾਵਜੂਦ ਵੀ ਜਿਹੜੇ ਅਲਫਾਜ਼ ਨਿਕਲਦੇ ਨੇ ਕਿੰਨੇ ਕਮਾਲ ਦੇ ਲਿਖੇ ਲਿਟਰੇਚਰ ਦੇ ਵਿੱਚ। ਜਬ ਹੈ ਬਾਣ ਲਾਗਿਓ ਤਬ ਹੈ ਰੋਸ ਜਾਗਿਓ। ਭਾਈ ਹੁਣ ਖੂਨ ਗਰਦਿਸ਼ 'ਚ ਆ ਗਿਆ। ਸੈਲਫ ਡਿਫੈਂਸ ਤੇ ਸਭ ਲਈ ਜ਼ਰੂਰੀ ਹੈ। ਇੱਕ ਛੋਟੇ ਜਿਹੇ ਕੀੜੇ ਨੂੰ ਵੀ ਕੁਦਰਤ ਨੇ ਹੱਕ ਦਿੱਤਾ ਆ। ਇਹਨਾਂ ਹੱਥਾਂ ਨਾਲ ਸਾਜ਼ ਵਜਾਏ ਨੇ, ਇਹਨਾਂ ਹੱਥਾਂ ਨਾਲ ਸਰਿੰਦੇ ਵਜਾਏ ਨੇ, ਦਿਲਰੂਬੇ ਵਜਾਏ ਨੇ। ਹਾਂ, ਹੁਣ ਇਹਨਾਂ ਹੱਥਾਂ ਦੇ ਨਾਲ ਸ਼ਸਤਰ ਚੱਲਣਗੇ। ਤੇ ਭਾਈ ਤੇ ਸੱਚਾਈ ਹੈ, ਜਦੋਂ ਉਹਨਾਂ ਹੱਥਾਂ ਦੇ ਵਿੱਚ ਕਮਾਨ ਫੜੀ ਜਾਂਦੀ, 7 ਕਮਾਨੀਆਂ ਵਾਲਾ ਕਮਾਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ, ਸੋਨ ਕੁਣੇ ਲੱਗਾ ਹੋਇਆ ਮਹਾਰਾਜ ਜੀ ਦਾ ਜਿਹੜਾ ਹੈਗਾ ਐਰੋ ਹੈ, ਤੀਰ ਹੈ, ਜਦੋਂ ਬਿਲਕੁਲ ਸਵਾ ਗਜ ਲੰਮੀ ਬਾਂਹ ਦੇ ਨਾਲ ਮਹਾਰਾਜ ਇਸ ਤਰੀਕੇ ਨਾਲ ਫੜ ਕੇ, ਇੱਕ ਨਾਲ ਪੂਰਾ ਅੱਗੇ ਕਰਕੇ, ਦੂਸਰੇ ਦੇ ਨਾਲ ਬਿਲਕੁਲ ਜਿਹੜੀ ਹੈ ਮਤਲਬ ਕੁਝ ਵਾਲ ਦੀ ਮੋਟਾਈ ਤੋਂ ਥੋੜ੍ਹੀ ਜਿਹੀ ਵੱਡੀ ਡੋਰ, ਕਿਸ ਮਟੀਰੀਅਲ ਦੀ ਬਣੀ ਹੈਗੀ, ਆਪ ਨੋ ਕਲੂ,
इस तरीके नाल खिंच के बिल्कुल दूसरे मोढे तक ला देंदे इस तरीके दे नाल, ते उस सवा गज लम्मे तीर नूं इस तरीके नाल करके बिल्कुल सामने जिस शख्स ने वंगारिया है कि मैं तेनों घायल किया है, मैं तेरे नाल जूझांगा, मैं लड़ांगा, बाबा जी कहते ठीक है भाई मैदाने जंग च आओ हुण। उस वक्त जिवें छड्डिया ते हवा नूं चीरदा होया, मतलब साउंड की स्पीड की होएगी, लाइट की स्पीड की तरह जिवें अख दे फोर दे विच मतलब ਉਹਦਾ बिल्कुल पाई हुई संजोग ਦੇ ਨਾਲ ਹੀ ਉਹਦੇ ਜਿਹੜਾ ਕੰਨਾਂ ਦੇ ਵਿੱਚੋਂ ਦੀ ਤੀਰ ਚੀਰ ਕੇ ਲੈ ਗਿਆ ਉਸ ਨੂੰ। ਸੋ ਇਹ ਚੀਜ਼ ਆ, मतलब जंग हो रही है, सब चीज़ें ने, पर लफ्ज़ों की चॉइस देखो कैसी है। जस है ਉਹਦੇ ਵਿੱਚ ਜਿਹੜੀ जस की प्रवृत्ति है ये कदी ना जाए, क्योंकि यही चुकदा बंदे नूं, यही अपलिफ्टिंग करता है। घरां थावां दे विच भी जिहड़ा डोमैसटिक एनवायरनमेंट आ, वायलेंट बिहेवियर आ, सब चीज़ां ने जिहड़ी फिजिकल वायलेंस, इस तो पहला वर्बल वायलेंस हुंदी है। हरफ अल्फाज अखर इस तरीके नाल जिन्हां दे विच पोलाइटनेस नहीं हैगी, स्नेहता नहीं, खलूस नहीं, मुहब्बत नहीं, अपनत नहीं, सिक्ख्या नहीं, जिन्हां च रब दी याद नहीं, रब दा भय नहीं, जिहदे च ज़मीर दी असल दे विच आवाज़ नहीं गई, ये चीज़ बंदे नूं ओहदी अपलिफ्टिंग नहीं करेगी, क्योंकि ਉਹਦੇ 'ਚ ਤਾਬ ही नहीं है। गुरु साहब कहते जस गाया कर। Sometime people literally ask me, I never do anything wrong in my life. I never try to actually do any error intentionally or unintentionally. I'm very aware about my lifestyle, everything. Do I still need to read Bani? Do you think I should actually pray, I should do Sangat, I should participate in congregation? Yes, definitely. One thing is, you want to maintain your good behavior. That would be helpful. And second thing, you never know. This is a human mind. जो पाइया भांडे विच वस्त सा निकला, whatever we are actually putting inside us, putting in our mind, putting in our ears, putting in our eyes, that stuff is going to be actually our words, our vocabulary, our sentences, our whole talk. सो सानू इस चीज़ तो कभी भी दूर नहीं होना चाहिए। बाबा जी ने इत्थे बयान किया है, हर जस गावां जदों मैं जस गाउना आ, जदों मैं बिल्कुल लिटरली तौर पर इनवॉल्व हो गया ਉਹਦੇ ਵਿੱਚ, ਉਹਦੇ ਨਾਲ सच मंगल, ਜਿਹੜਾ सच ਦਾ मंगल है, असल आनंद है, असल खुशी है, ਉਹਦੇ ਚੋਂ ਲੱਗੇ। ਤੁਹਾਡੇ लफज अल्फाज हरफ अखर ही ਤੁਹਾਨੂੰ खुशी या गमी की फीलिंग लैके आउंदे ने। जे ਉਹਨਾਂ ਦੇ ਵਿੱਚ कोई सत्कार है, कोई अदब है, कोई जहनी तौर पर कोई उचेरी चीज़ आ, खुशनुमा एहसास होएगा उसके अंदर। अनहद शब्द सुहावा, यही अनहद शब्द सुहावा है जिहड़ी वो गुरु महाराज बयान करते ना, किंग करी अनूप वाजा जोगिया मतवारो रे। वो जोगी जिहड़ियां तू किंगरियां ते अनहद शब्द वजाउण दी ट्राई करदा ना, ये तो किसी धतूरे के इन्फ्लुएंस दे विच, किसी नशे के इन्फ्लुएंस विच, या किसी तरीके नाल किसी हिपनोटिस्ट लैवल ते आई हुई चीज़ विचों किसी थॉट नूं इतना ज़्यादा तेनों हिपनोटाइज करके सिखा दिता कि तू उही चीज़ सुनन लग गया, ढोरा बन गया, तेनों पैरानोइड्स होण लग गए। नो, दीज आर नॉट पैरानोइड्स। जो बंदा इस जस नूं गा रहा, फिर वो रियलिटी दे विच अनहद शब्द सुहावा, वो शब्द सुहावना लगता उसनों, वो सिक्ख्या सुहावनी लगती, वो चंगेरी लगती है। जिवें सपोज कल ही मैं कुछ किसी टीचिंग्स विच इनवॉल्व सीगा, उस तरीके कोई लर्न करने लई, तो उहदे च गल हो रही सीगी कि सपोज सम टाइम वी आर नॉट सेम काइंड ऑफ पर्सन, सम टाइम वी हैव एक्चुअली वेरी a rough mood, sometimes we have very smooth kind of attitude, smooth kind of behavior, and somehow one day we do some errors while ਗੱਲ ਹੋ ਰਹੀ ਸੀ ਬੱਚਿਆਂ ਨਾਲ ਡੀਲ ਕਰਨ ਦੀ ਐਜ਼ ਏ ਐਜੂਕੇਟਰ ਦੇ ਤੌਰ ਤੇ, ਐਜ਼ ਐਜੂਕੇਸ਼ਨਲ ਪ੍ਰੋਫੈਸ਼ਨਲ ਦੇ ਤੌਰ ਤੇ। ਤੁਸੀਂ ਬੱਚੇ ਨੇ ਕੁਝ ਰੋਂਗ ਵਰਡ ਕਹੇ, ਤੁਸੀਂ ਉਹਨੂੰ, ਉਹ ਕਹਿੰਦਾ ਆਈ ਡੋਂਟ ਵਾਂਟ ਟੂ ਅਟੈਂਡ ਯੂਰ ਕਲਾਸ, ਐਂਡ ਅਗੇਨ that kid is resisting, you are also resisting,
If you are going out of my class, I won't allow you to come in again. I've actually complained to the principal, all that. In that way, both sides are resisting. So wall ਬਣੀ ਜਾ ਰਹੀ ਉਸ ਤਰੀਕੇ ਨਾਲ। ਇਹਦੇ ਮੁਕਾਬਲਤਨ ਉਸ ਨੂੰ ਜਿਹੜਾ ਹੈਗਾ ਵੈਲੀਡੇਸ਼ਨ ਦਿੱਤੀ ਜਾਏ, ਉਸ ਨੂੰ ਜੀ ਆਇਆਂ ਕਿਹਾ ਜਾਏ, ਉਸ ਨੂੰ ਸਤਿਕਾਰਿਆ ਜਾਏ, ਉਸ ਦੀ ਗੱਲ ਸੁਣੀ ਜਾਏ। ਉਹ ਜਿਹੜੀ ਪ੍ਰੋਬਲਮ ਦੱਸ ਰਿਹਾ ਬਿਹਾਈਂਡ ਦਾ ਸੀਨ ਕੀ ਚੱਲ ਰਿਹਾ ਵੀ ਕਲਾਸ ਦੇ ਵਿੱਚ ਤਾਂ ਬੈਠਾ ਹੀ ਆਇਆ ਹੀ ਹੈ, ਬਟ ਵਾਈ ਦਿਸ ਇੰਡੀਵਿਜੂਅਲਸ ਰੀਅਲੀ ਐਕਚੁਅਲੀ ਡੋਂਟ ਵਾਂਟ ਟੂ ਅੰਗੇਜ ਇਨ ਦਿਸ ਕਲਾਸ, ਉਹਦੇ 'ਤੇ ਕੰਮ ਕੀਤਾ ਜਾਏ। ਪਰ ਕਈ ਵਾਰ ਹੋਇਆ ਬੰਦੇ ਨੂੰ ਯਾਦ ਹੀ ਨਹੀਂ ਰਿਹਾ ਕੁਛ ਵੀ, ਬੰਦੇ ਦਾ ਆਪਣਾ ਵੀ ਮੂਡ ਕੁਝ ਰਫ ਸੀਗਾ ਅਤੇ ਉਹਨੇ ਕੁਛ ਕਿਹਾ, ਉਹ ਕਿਹਾ ਓਕੇ ਗੋ ਹੈਡ, I don't want a student like you, go away, don't even show me your face at all। ਇਸ ਕਿਸਮ ਦੀ ਗੱਲ ਹੋ ਗਈ। ਮੇਨ ਜਿਹੜਾ ਤੁਹਾਡਾ ਅਸਲ ਪਰਪਸ ਸੀਗਾ ਤੁਸੀਂ ਤੇ ਉਹ ਪਰਪਸ ਹੀ ਨਹੀਂ ਸਰਵ ਕੀਤਾ। ਬਟ ਆਫਟਰ ਦੈਟ somehow you realize, no, this wasn't a good behavior. Even you have some kind of guilt. Why did I do that? Now you can refix it, it's not a big deal. Just ਉਸ ਨੂੰ ਦੁਬਾਰਾ ਬੁਲਾਇਆ ਜਾਏ, I'm sorry, that time I should not have said all these things. Now this is the time, if you feel actually okay, we can sit, we can talk, or you, whenever you have time, that time we can talk, but accept my apology. Those were just words. That was not my approach toward you or toward this educational system. No, I am here to support you, to help you, to guide you, to provide you some kind of education. So that means you are again inviting that individual. So ਇਹ ਜਿਹੜੀ ਚੀਜ਼ ਆ, ਇਹ ਕੀ ਹੈ, ਇਹ ਸਾਰਾ ਕਹਿਣ ਦੇ ਨਾਲ ਉਹ ਸਾਰਾ ਗਿਲਟ ਲੈ ਜਾਏਗਾ, ਉਹ ਚੀਜ਼ ਚਲੀ ਜਾਏਗੀ। ਸ਼ਬਦ ਸੁਹਾਵਾ, ਅਸਲ ਸੱਚੀ ਸਿੱਖਿਆ ਅੰਦਰ ਘਰ ਕਰ ਗਈ ਹੈ। ਗਲਤੀਆਂ ਹੋਣ, ਮਿਸਟੇਕਸ ਹੋਣ, ਸਭ, ਪਰ ਅੰਦਰ ਚੀਜ਼ ਜਿਹੜੀ ਹੈ, ਕਿਸੇ ਵੀ ਚੀਜ਼ ਨੇ, ਜਿਸ ਚੀਜ਼ ਨੇ ਲਗਾਤਾਰ ਅੰਦਰ ਧੜਕਣਾ ਆ, you are not a good person. You actually don't know how to deal with your family. You don't know how to deal with your co-workers. You don't know how to live in this world. You always make wrong choices. So that kind of words are not playing all the time inside you. You know Mother Nature has gifted you this life. You are putting your 100%. At the same time you are able to realize what's wrong and what's right. That means life is meaningful. The whole Gurbani is teaching these kind of actually teachings. Here Baba ji saying, Anhad Shabad Suhava. Kya? Gun gaye har har dukh naase. Kitty clear line. ਜੇ ਤੂੰ ਬਾਣੀ ਪੜ੍ਹਦਾ, ਇਹੋ ਜਿਹੇ ਸ਼ਬਦ ਸੁਣਦਾ, ਇਹੋ ਜਿਹੇ ਖਿਆਲ ਸੁਣਦਾ, ਦੁੱਖ ਨਾ ਠੇ। ਦੁੱਖ ਕਿਵੇਂ ਠਹਿਰਨਗੇ ਤੇਰੇ ਕੋਲ? ਮੈਂ ਪਹਿਲੇ ਬੇਨਤੀ ਕੀਤੀ, ਦੁੱਖ ਨੇ ਤੇ ਤੇਰੇ ਥਾਟਸ ਵਿੱਚ ਰਹਿਣਾ ਆ। ਜਦੋਂ ਥਾਟਸ ਜਿਹੜੇ ਨੇ ਉਹੀ ਪਿਓਰ ਹੋਣੇ ਸ਼ੁਰੂ ਹੋ ਗਏ, ਸ਼ੁੱਧ ਹੋਣੇ ਸ਼ੁਰੂ ਹੋ ਗਏ, ਬਾਤ ਨਿਕਲ ਗਈ ਬਾਹਰ। ਕਿਆ? ਗੁਣ ਗਾਏ ਹਰ ਹਰ ਦੁੱਖ ਨਾਸੇ, ਰਹੱਸ ਉਪਜੈ ਮਨ ਕਣਾ। ਰਹੱਸ ਇੱਕ ਬੜੀ ਮਿਸਟਿਕ ਜੀ ਫੀਲਿੰਗ ਆ, ਐਸੀ ਫੀਲਿੰਗ ਆ ਜਿਹੜੀ ਬੰਦੇ ਨੂੰ ਮਤਲਬ ਇੱਕ ਲੈਵਲ 'ਤੇ ਜਾਇਆ ਜਾਏ ਨਾ, ਤੇ ਬੰਦੇ ਨੂੰ ਆਪਣਾ ਸਰੀਰ ਵੀ ਫੀਲ ਨਹੀਂ ਹੋ ਰਿਹਾ, ਬੰਦੇ ਨੂੰ ਆਪਣੀ ਕੁਛ ਵੀ ਫੀਲ ਨਹੀਂ ਹੋ ਰਿਹਾ ਆਲੇ ਦੁਆਲੇ ਤੋਂ। In not in negative sense, in positive sense. Banda, any individual is totally engaged with some kind of higher level of activity or higher level of thoughts. Without any influence of substance, without any kind of direct actually driving force such as greed, lust or anything. No. Pure thoughts are leading or escorting somewhere actually, which is giving some higher level of pleasure or happiness. ਇਹਦੀ ਜਿਹੜੀ ਬਾਤ ਕੀਤੀ ਗਈ ਹੈ, ਇਹ ਹੈ ਰਹੱਸ ਉਪਜੈ ਮਨ ਕਣਾ। ਅਗਲਾ ਬਚਨ ਹੈ, ਮਨ ਤਨ ਨਿਰਮਲ ਦੇਖ ਦਰਸ਼ਨ ਨਾਮ ਪ੍ਰਭ ਕਾ ਮੁਖ ਪਣਾ। ਮਨ ਤਨ ਨਿਰਮਲ, ਮਨ ਕਰਕੇ ਤਨ ਕਰਕੇ ਨਿਰਮਲਤਾ ਆ ਜਾਣੀ, ਮੈਲ ਰਹਿਤ ਹੋ ਜਾਣਾ। ਨੋ ਡਾਊਟ ਤਨ ਮੈਲਾ ਹੁੰਦਾ। ਮੈਂ ਤਾਂ ਮੈਂਟਲ ਹੈਲਥ 'ਚ ਲੰਬੇ ਸਮੇਂ ਤੋਂ ਇਨਵੋਲਵ ਹਾਂ। ਬੰਦਾ ਮੈਂਟਲੀ ਆਪਣੀ ਕੈਪੇਬਿਲਿਟੀ ਲੂਜ਼ ਕਰ ਰਿਹਾ, ਜਾਂ ਉਹਦੇ ਕੋਲ ਉਹ ਕੈਪੇਬਲ ਹੈ ਆਪਣੇ ਆਪ ਨੂੰ ਮੇਨਟੇਨ ਕਰਨ ਵਿੱਚ, ਫੈਮਿਲੀ ਨੂੰ ਮੇਨਟੇਨ ਕਰਨ ਵਿੱਚ, ਆਲੇ ਦੁਆਲੇ ਨੂੰ ਸਪੋਰਟ ਕਰਨ ਦੇ ਵਿੱਚ। ਐਜ਼ ਏ ਹਿਊਮਨ ਬੀਇੰਗ, individual is able or capable to contribute properly in the family settings, in the social settings, so that
ਪਰਸਨ ਇਜ਼ ਮੈਂਟਲੀ ਹੈਲਦੀ। ਉਹ ਜਿਹੜੀ ਪਹਿਲੀ ਚੀਜ਼ ਹੈ ਉਹ ਹੈ ਇਜ਼ ਹੀ ਔਰ ਸ਼ੀ ਏਬਲ ਟੂ ਮੇਨਟੇਨ देयर ਹਾਈਜੀਨ। ਪਹਿਲੀ ਚੀਜ਼ ਹੈ ਬੰਦੇ ਨੂੰ ਮੈਲ ਦਿਸਦੀ, ਹੱਥ ਮੈਲਾ ਧੋਣਾ ਚਾਹੀਦਾ ਮੈਨੂੰ, ਨੋਟ ਔਨ ਐਕਸੈਸਿਵ ਲੈਵਲ ਬਟ ਇਨ ਪ੍ਰੈਕਟੀਕਲ ਲੈਵਲ। ਕੱਪੜਾ ਮੈਲਾ ਹੈ, ਉਤਾਰਨਾ ਚਾਹੀਦਾ, ਨਵਾਂ ਪਾਉਣਾ ਚਾਹੀਦਾ, ਨਹਾਉਣਾ ਚਾਹੀਦਾ, ਮੈਨੂੰ ਡਰੈਸਅਪ ਹੋਣਾ ਚਾਹੀਦਾ। ਮਤਲਬ ਮੈਲ ਦੇ ਨਾਲ ਉਹਦੀ ਦੋਸਤੀ ਨਹੀਂ, ਉਹਦੀ ਦੋਸਤੀ ਸ਼ੁੱਧਤਾ ਨਾਲ, ਪਵਿੱਤਰਤਾ ਨਾਲ, ਸਫਾਈ ਨਾਲ। ਮੈਂਟਲੀ ਹੈਲਦੀ ਹੈ ਬੰਦਾ। ਇਹ ਪਹਿਲੀ ਨਿਸ਼ਾਨੀ ਹੈ। ਜੋ ਸਿੱਖੀ ਆਸ਼ੀਸ਼ ਦੇਖਦੇ ਨਾ ਸੀ, ਮਤਲਬ ਚੁਣ ਕੇ ਪੱਗ ਬੰਨਣੀ, ਕੇਸ ਰੱਖੇ ਨੇ, ਵਾਹੁਣੇ ਸੰਭਾਲਣੇ, ਨਾਮ ਦਾਨ ਇਸ਼ਨਾਨ ਦ੍ਰਿੜਾਇਆ, ਇਹਦੀ ਕੌਨਸੈਪਟ ਦੀ ਗੱਲ ਹੁੰਦੀ ਹੈ। ਤੇ ਫਿਰ ਇਕੱਲਾ ਬਹਿਰੂਨੀ ਨਹੀਂ, ਅੰਦਰਲਾ ਵੀ ਹੈ, ਜਿਹੜੀ ਇਨਰ ਕਲੀਨਜਿੰਗ, ਉਹਦੀ ਵੀ ਗੱਲ ਕੀਤੀ ਗਈ। ਸਭ ਕਹਿੰਦੇ ਮਨ ਤਨ ਨਿਰਮਲ, ਦੇਖ ਦਰਸ਼ਨ। ਤੇ ਇਹ ਕਿਸੇ ਬਾਹਰ ਨੂੰ ਨਹੀਂ ਵਿਖਾਉਣ ਵਾਸਤੇ, ਕਿਸੇ ਬਾਹਰ ਨੂੰ ਵੇਖਣ ਵਾਸਤੇ ਨਹੀਂ, ਨਹੀਂ ਨਹੀਂ ਨਹੀਂ, ਇਹ ਤੇ ਹਰੀ ਦੇ ਦਰਸ਼ਨ। ਅਸਲ ਜਿਹੜਾ ਅਕਾਲ ਪੁਰਖ ਵਾਹਿਗੁਰੂ ਨੂੰ ਮੈਂ ਉਸ ਨੂੰ ਜੀਵਨ ਸਮਰਪਿਤ ਕੀਤਾ ਹੈ। ਨਾਮ ਪ੍ਰਭ ਕਾ ਮੁਖ ਪਣਾ, ਤੇ ਮੁਖ ਤੋਂ ਹਰ ਵਕਤ ਉਹਦਾ ਨਾਮ ਪਣਾ, ਉਹਦੀ ਖੁਸ਼ਬੂ ਆਵੇ। ਹੋਏ ਰੇਣ ਸਾਧੂ ਪ੍ਰਭ ਆਰਾਧੂ, ਆਪਣੇ ਪ੍ਰਭ ਪਾਵਾਂ। ਮੈਂ ਸਾਧੂ ਜਨਾਂ ਦੇ ਚਰਨਾਂ ਦੀ ਰੇਣ ਹੋ ਜਾ, ਪ੍ਰਭੂ ਦਾ ਆਰਾਧਨ ਕਰਾਂ ਤੇ ਉਸ ਨੂੰ ਪਾ ਜਾਵਾਂ। ਬਿਨਵੰਤ ਨਾਨਕ ਦਇਆ ਤਾਰੋ, ਸਦਾ ਹਰ ਗੁਣ ਗਾਵਾਂ। ਹੇ ਨਾਨਕ ਮੇਰੇ ਤੇ ਤਰਸ ਕਰ, ਮੈਂ ਸਦਾ ਇਸ ਜਸ ਨੂੰ ਗਾਵਾਂ, ਇਸ ਗੁਣ ਨੂੰ ਗਾਵਾਂ। ਸਭ ਰਹਿਮਤ ਕਰਨ। ਇਸ ਆਲਮੀ ਸੰਦੇਸ਼ ਵਿੱਚੋਂ ਅਸੀਂ ਸਿੱਖੀਏ, ਅਸੀਂ ਪ੍ਰੇਰਿਤ ਹੋ ਕੇ ਜੀਵਨ ਦੇ ਸਹੀ ਰਾਹ 'ਤੇ ਤੁਰ ਸਕੀਏ। ਇੰਨੀਆਂ ਕੁ ਬੇਨਤੀਆਂ ਨਾਲ ਖਿਮਾ। ਇੱਕ ਵਾਰ ਫਿਰ ਉਹਨਾਂ ਕਿਰਸਾਨ ਮਾਈ ਭਾਈ ਦੀ ਚੜ੍ਹਦੀ ਕਲਾ, ਸਫਲਤਾ ਦੀ ਅਰਦਾਸ ਦੇ ਨਾਲ ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।